Today's topic is bond parameters, means parameters which are helpful us to bond parameters ਦਾ ਟੌਪਿਕ ਹੈ ਆਪਣੇ ਕੋਲੇ ਕਿ ਜਿਹੜਾ ਆਪਣੇ ਕੋਲੇ ਕੋਵੈਲੈਂਟ ਬੌਂਡ ਹੈ, ਠੀਕ ਹੈ। ਬੌਂਡ ਪੈਰਾਮੀਟਰ ਮੀਨਸ ਕਰੈਕਟਰਿਸਟਿਕਸ ਆਫ ਦਾ ਬੌਂਡ, ਕਰੈਕਟਰਿਸਟਿਕਸ ਆਫ ਦਾ ਬੌਂਡ ਬੌਂਡ ਦੀਆਂ ਕੀ ਵਿਸ਼ੇਸ਼ਤਾਵਾਂ ਹੁੰਦੀਆਂ ਉਹ ਆਪਣੇ ਕੋਲੇ ਕਿਹਦੇ ਵਿੱਚ ਫਾਰਮ 'ਚ ਮੈਸ਼ਰ ਕਰਾਂਗੇ ਆਪਾਂ ਟੌਪਿਕ ਬੌਂਡ ਪੈਰਾਮੀਟਰਸ ਦੇ ਵਿੱਚ, ਠੀਕ ਹੈ। ਬੌਂਡ ਪੈਰਾਮੀਟਰਸ ਆਪਣੇ ਕੋਲੇ 3 ਨੇ। ਫਸਟ ਹੈਗਾ ਆਪਣੇ ਕੋਲੇ ਬੌਂਡ ਲੈਂਥ, ਠੀਕ ਹੈ। ਫਸਟ ਟੌਪਿਕ ਹੈ ਜਿਹੜਾ ਫਸਟ ਪੈਰਾਮੀਟਰ ਹੈ ਦੈਟ ਇਜ਼ ਬੌਂਡ ਲੈਂਥ। ਇਟ ਇਜ਼ ਦਾ ਇਕੁਲਿਬਰੀਅਮ ਡਿਸਟੈਂਸ ਬਿਟਵੀਨ ਸੈਂਟਰਸ ਆਫ ਦਾ ਨਿਊਕਲੀਆਈ, ਜਾਂ ਸਿੰਪਲ ਕਹਿ ਸਕਦੇ ਹਾਂ ਇਟ ਇਜ਼ ਦਾ ਡਿਸਟੈਂਸ ਬਿਟਵੀਨ ਦਾ ਨਿਊਕਲੀਆਈ of the bonded atoms, between the centers of the nuclei of bonded atoms, ठीक है। ਜਿਹੜੇ ਐਟਮਸ ਨੇ ਬੌਂਡ ਬਣਾਇਆ, ਕੋਈ ਵੀ ਦੋ ਐਟਮਸ ਹੋ ਸਕਦੇ ਆ, ਇਹ ਜਨਰਲੀ ਕੋਵੈਲੈਂਟ ਬੌਂਡ ਦੀਆਂ ਟਰਮਸ ਆਪਣੇ ਕੋਲੇ ਬੌਂਡ ਪੈਰਾਮੀਟਰਸ ਜਿਹੜੇ ਆਪਾਂ ਜਨਰਲੀ ਯੂਜ਼ ਕਰਦੇ ਆ ਫॉर ਦਾ ਕੋਵੈਲੈਂਟ ਬੌਂਡ, ठीक है। कोवैलेंट बॉन्ड वास्ते यूज़ करते हैं तो डिस्टेंस बिटवीन द सेंटर्स ऑफ न्यूक्लियाई ऑफ बॉन्डेड एटम्स, कि ये डिस्टेंस जिवें मान लो इस एटम दो एटम्स जिन्हों ने बॉन्ड बनाया, ਇਹਦਾ ਆਪਣੇ ਕੋਲੇ ਕੀ ਹੈਗਾ, ਇਸ ਨਿਊਕਲੀਅਸ ਦੇ ਸੈਂਟਰ ਤੋਂ ਇਸ ਨਿਊਕਲੀਅਸ ਦੇ ਡਿਸਟੈਂਸ ਨੂੰ ਆਪਾਂ ਕੀ ਕਵਾਂਗੇ ਬੌਂਡ ਲੈਂਥ। AB ਇਜ਼ ਇਕੁਅਲ ਟੂ ਬੌਂਡ ਲੈਂਥ, ਠੀਕ ਹੈ। ਜਿਹੜੀ ਡਿਸਟੈਂਸ ਹੈ ਉਹਨੂੰ ਆਪਾਂ ਕੀ ਕਵਾਂਗੇ ਬੌਂਡ ਲੈਂਥ। ਔਰ ਇਹ ਬੌਂਡ ਲੈਂਥ ਜਿਹੜੀ ਹੈਗੀ ਹੈ ਦੋਨੋਂ ਐਟਮ ਦੇ ਜਿਹੜੇ ਰੇਡੀਅਸ ਹੈ, ਠੀਕ ਹੈ, ਦੋਨੋਂ ਐਟਮਸ ਦੇ ਜਿਹੜੇ ਰੇਡੀਅਸ ਹੈ ਇਹ ਮੰਨ ਲਓ RA ਹੋ ਗਿਆ, ਆ ਕੀ ਹੋ ਗਿਆ REB, ਉਹਦੇ ਇਕੁਅਲ ਆ। ਬੌਂਡ ਲੈਂਥ ਇਜ਼ ਇਕੁਅਲ ਟੂ ਸਮ ਆਫ ਰੇਡੀਆਈ ਆਫ ਟੂ ਬੌਂਡਡ ਐਟਮਸ। ਦੋਨੋਂ ਬੌਂਡਡ ਐਟਮਸ ਦੇ ਇੰਡੀਵਿਜੂਅਲ ਰੇਡੀਆਈ ਹੁੰਦੇ ਆ ਜਿਹੜੇ, ਉਹਨਾਂ ਦਾ ਜਿਹੜਾ ਹੈਗਾ ਆਪਣੇ ਕੋਲੇ ਉਹ ਕੀ ਹੈ ਸਮ ਹੈ, ਠੀਕ ਹੈ। ਤਾਂ ਬੌਂਡ ਲੈਂਥ ਅਗਰ ਕੱਢਣੀ ਹੈ, ਇੱਕ ਰੇਡੀਅਸ ਦਿੱਤਾ, ਦੋਵੇਂ ਰੇਡੀਅਸ ਦਿੱਤੇ ਤਾਂ ਬੌਂਡ ਲੈਂਥ ਫਾਈਂਡ ਕਰਨ ਨੂੰ ਕਿਹਾ, ਤਾਂ ਤੁਸੀਂ ਦੋਨੋਂ ਰੇਡੀਅਸ ਨੂੰ ਕੀ ਕਰ ਦੋਗੇ ਐਡ ਕਰ ਦੋਗੇ, ਤਾਂ ਤੁਹਾਡੇ ਕੋਲੇ ਕੀ ਕੈਲਕੂਲੇਟ ਹੋ ਜਾਏਗੀ ਬੌਂਡ ਲੈਂਥ ਕੈਲਕੂਲੇਟ ਹੋ ਜਾਏਗੀ। ਅਗਰ ਬੌਂਡ ਲੈਂਥ ਤੇ ਇੱਕ ਐਟਮ ਦਾ ਰੇਡੀਅਸ ਦਿੱਤਾ ਤਾਂ ਦੂਸਰੇ ਐਟਮ ਦਾ ਰੇਡੀਅਸ ਤੁਹਾਡੇ ਕੋਲੇ ਫਾਈਂਡ ਆਊਟ ਹੋ ਜਾਏਗਾ, ਠੀਕ ਹੈ। ਤਾਂ ਇਹ ਹੈਗਾ ਹੁਣ ਆਪਣੇ ਕੋਲੇ ਪਹਿਲੀ ਜਿਹੜੀ ਡੈਫੀਨੇਸ਼ਨ ਹੈ ਦੈਟ ਇਜ਼ ਬੌਂਡ ਲੈਂਥ ਦੀ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਨੈਕਸਟ ਆਪਣੇ ਕੋਲੇ ਫੈਕਟਰਸ ਅਫੈਕਟਿੰਗ ਬੌਂਡ ਲੈਂਥ। ਕਿਹੜੇ ਕਿਹੜੇ ਫੈਕਟਰਸ ਆ ਜਿਹੜੇ ਉਹ ਬੌਂਡ ਲੈਂਥ ਨੂੰ ਅਫੈਕਟ ਕਰ ਰਹੇ ਆ। ਨੈਕਸਟ ਇਜ਼ ਫੈਕਟਰਸ ਅਫੈਕਟਿੰਗ ਬੌਂਡ ਲੈਂਥ। ਬੌਂਡ ਲੈਂਥ ਨੂੰ ਕਿਹੜੇ ਕਿਹੜੇ ਫੈਕਟਰਸ ਆ ਜਿਹੜੇ ਉਹ ਅਫੈਕਟ ਕਰਦੇ ਆ। ਫਸਟ ਇਜ਼ ਬੌਂਡ ਮਲਟੀਪਲਿਸਿਟੀ, बॉन्ड मल्टीप्लिसिटी की है कि एक बॉन्ड दी मल्टीप्लीकेशन, मतलब इनक्रीज इन नंबर ऑफ बॉन्ड्स, इनक्रीज इन नंबर ऑफ बॉन्ड्स। जिमें आप कोवैलेंट बॉन्ड च देखते हैं कि कोवैलेंट बॉन्ड अपने को 3 टाइप के सी, सिंगल कोवैलेंट, डबल कोवैलेंट ते ट्रिपल कोवैलेंट। 3 टाइप के बॉन्ड है कि एक सिंगल बनया होया, फिर एक डबल बनया होया, फिर की है ट्रिपल बनया होया। हुण इन्हां विचों जिहड़ा आ बॉन्ड है, बॉन्ड लेंथ जे आपां जनरली गल करिए तो इट इज़ द लेंथ ऑफ द बॉन्ड, ठीक है। ये एक की अपने कोले बॉन्ड दी लेंथ है, जिहड़ी बॉन्ड दी लेंथ है वो दोनों रेडियस का सम है, ठीक है। तो रेडियस भी क्योंकि की हुंदा आउटर मोस्ट शैल तो लैके सेंटर तक का जिहड़ा डिस्टेंस है उहनूं आपां रेडियस कहने आ एटम के केस च। ਹੁਣ ਕੋਈ ਚੀਜ਼ ਤੁਸੀਂ ਬਾਈਂਡ ਕਰਨੀ ਹੈ, ਮੰਨ ਲਓ ਇਹ ਤੇ ਵੀ ਦੋ ਚੀਜ਼ਾਂ ਬਾਈਂਡ ਕਰਨੀਆਂ, ਪਹਿਲਾਂ ਇੱਥੇ ਇੱਕ ਥਰੈਡ ਨਾਲ ਬਾਈਂਡ ਕਰਤੀਆਂ, ਠੀਕ ਹੈ। ਫਿਰ ਦੂਸਰੇ ਕੇਸ 'ਚ ਤੁਸੀਂ ਉਹਨਾਂ ਨੂੰ 2 ਥਰੈਡ ਨਾਲ ਬਾਈਂਡ ਕਰਤਾ ਉਹਨਾਂ ਚੀਜ਼ਾਂ ਨੂੰ ਹੀ, ਤਾਂ ਉਹ ਜ਼ਿਆਦਾ ਕਲੋਜ਼ ਕਿਹੜੇ ਕੇਸ 'ਚ ਆਉਣਗੀਆਂ ਜਦੋਂ ਤੁਸੀਂ 2 ਥਰੈਡ ਨਾਲ ਬਾਈਂਡ ਕਰਤਾ।
ਤਾਂ ਸੇਮ ਇੱਥੇ ਜੇ ਇੱਥੇ ਇੱਕ ਬੌਂਡ ਹੈ, ਐਟਮਸ ਕੀ ਹੈ, ਇੰਨੇ ਪਾਰਟ ਹੈ। ਜੇ ਆਪਣੇ ਕੋਲੇ ਦੋ ਹੈਗੇ ਆ, ਡਬਲ ਬੌਂਡ ਆ ਗਿਆ, ਡਬਲ ਬੌਂਡ ਜਦੋਂ ਆਊਗਾ ਦੈਟ ਮੀਨਸ ਇਹਨਾਂ ਦਾ ਜਿਹੜਾ ਹੈਗਾ ਬੌਂਡ ਲੈਂਥ ਆ ਉਹ ਕੀ ਹੋ ਜੂਗੀ, ਐਟਮਸ ਹੋਰ ਕਲੋਜ਼ ਆ ਜਾਣਗੇ। ਜਦੋਂ ਨੰਬਰ ਆਫ ਬੌਂਡਸ ਵੱਧ ਗਏ, ਜਦੋਂ 3 ਵੱਧ ਗਏ ਫਿਰ ਹੋਰ ਕਲੋਜ਼ ਆ ਜਾਣਗੇ। ਠੀਕ ਹੈ, ਇਸ ਤਰੀਕੇ ਨਾਲ ਕਿ ਆਪਣੇ ਕੋਲੇ ਕੋਈ ਐਟਮ ਹੈ, ਇਹਦੇ ਵਿੱਚ ਸਿੰਗਲ ਬੌਂਡ ਹੈ ਤਾਂ ਇਹ ਇੱਥੇ ਪਏ ਆ। ਜਦੋਂ ਇਹਨਾਂ ਵਿੱਚ ਡਬਲ ਬੌਂਡ ਬਣੂਗਾ ਤਾਂ ਇਹ ਕੀ ਹੋਣਗੇ, ਹੋਰ ਕਲੋਜ਼ ਆ ਜਾਣਗੇ, ਇੱਕ ਦੂਸਰੇ ਦੇ ਕੀ ਆ ਜਾਣਗੇ, ਕਲੋਜ਼ ਆ ਜਾਣਗੇ। ਜਦੋਂ ਟ੍ਰਿਪਲ ਬੌਂਡ ਬਣੂਗਾ ਉਦੋਂ ਕੀ ਆ, ਹੋਰ ਕਲੋਜ਼ ਆ ਜਾਣਗੇ, ਕਿਉਂਕਿ ਉਹਨਾਂ ਦੀ ਜਿਹੜੀ ਫੋਰਸ ਆਫ ਬੌਂਡਸ ਕੀ ਹੁੰਦੇ ਆ, ਫੋਰਸ ਆਫ ਅਟਰੈਕਸ਼ਨਸ ਹੀ ਹੁੰਦੀਆਂ। ਜਦੋਂ ਉਹਨਾਂ ਦੀਆਂ ਫੋਰਸ ਆਫ ਅਟਰੈਕਸ਼ਨਸ ਵਧਣਗੀਆਂ ਦੈਟ ਮੀਨਸ ਉਹ ਕੀ ਆਪਣੇ ਕੋਲੇ ਨਜ਼ਦੀਕ ਆਉਂਦੇ ਜਾਣਗੇ। ਜੇ ਉਹ ਨਜ਼ਦੀਕ ਆਉਣਗੇ ਤਾਂ ਆਹ ਜਿਹੜੀ ਡਿਸਟੈਂਸ ਆ ਇਹ ਘੱਟ ਜੂਗੀ। ਜਦੋਂ ਬੌਂਡ ਲੈਂਥ ਘੱਟ ਗਈ ਦੈਟ ਮੀਨਸ ਜਿਵੇਂ ਜਿਵੇਂ ਬੌਂਡ ਦੀ ਮਲਟੀਪਲ ਹੋਈ ਜਾਂਦਾ ਹੈ, ਇੱਕ ਇੱਥੇ ਸਿੰਗਲ ਸੀ, ਆਹ ਦੋਨੋਂ ਮਲਟੀਪਲ ਬੌਂਡਸ ਹੈ। ਡਬਲ ਅਤੇ ਟ੍ਰਿਪਲ ਨੂੰ ਆਪਾਂ ਕਲੈਕਟਿਵਲੀ ਮਲਟੀਪਲ ਬੌਂਡਸ ਕਹਿੰਦੇ ਆ। ਇਹ ਸਿੰਗਲ ਬੌਂਡ ਆ ਗਿਆ। ਜਦੋਂ ਮਲਟੀਪਲ ਬੌਂਡਸ ਆ ਜਾਂਦੇ ਆ ਤਾਂ ਬੌਂਡ ਲੈਂਥ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ। ਬੌਂਡ ਲੈਂਥ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ ਜਦੋਂ ਜਿਵੇਂ ਜਿਵੇਂ ਆਪਣੇ ਕੋਲੇ ਨੰਬਰ ਆਫ ਬੌਂਡਸ ਵੱਧਦੇ ਆ। ਠੀਕ ਹੈ, that means bond multiplicity is inversely proportional to bond length. bond multiplicity ਕੀ ਹੈ, ਇਨਵਰਸਲੀ ਪ੍ਰਪੋਰਸ਼ਨਲ ਹੈ ਬੌਂਡ ਲੈਂਥ ਦੇ, ਕਿ ਬੌਂਡ ਲੈਂਥ ਹੈ ਜਿਹੜੀ ਉਹ ਘਟਦੀ ਹੈ ਜਿਵੇਂ ਜਿਵੇਂ ਬੌਂਡ ਮਲਟੀਪਲਿਸਿਟੀ ਵੱਧਦੀ ਹੈ। ਜੇ ਆਪਾਂ ਸਿੰਗਲ ਤੋਂ ਡਬਲ ਜਾਂਦੇ ਹਾਂ ਤਾਂ ਬੌਂਡ ਮਲਟੀਪਲ ਹੋ ਗਏ, ਮੀਨਸ ਮਲਟੀਪਲਿਸਿਟੀ ਵੱਧ ਗਈ। ਉਸ ਤੋਂ ਬਾਅਦ ਆਪਾਂ ਟ੍ਰਿਪਲ ਬੌਂਡ 'ਚ ਜਾਂਦੇ ਹਾਂ ਤਾਂ ਹੋਰ ਵੱਧ ਗਈ। ਇੱਧਰ ਨੂੰ ਬੌਂਡ ਮਲਟੀਪਲਿਸਿਟੀ ਇਨਕਰੀਜ਼ਸ ਅਤੇ ਬੌਂਡ ਲੈਂਥ ਡਿਕਰੀਜ਼ਸ। ਬੌਂਡ ਲੈਂਥ ਕੀ ਹੋ ਜਾਂਦੀ ਹੈ, ਡਿਕਰੀਜ਼ ਹੋ ਜਾਂਦੀ ਹੈ। ਠੀਕ ਹੈ, ਦੈਨ ਸੈਕਿੰਡ ਇਜ਼ ਸਾਈਜ਼ ਆਫ ਦਾ ਐਟਮ। ਸੈਕਿੰਡ ਇਜ਼ ਦਾ ਸਾਈਜ਼ ਆਫ ਦਾ ਐਟਮ। ਹੁਣ ਇੱਕ ਐਟਮ ਹੈ ਉਹਦਾ, ਕਿਉਂਕਿ ਹੁਣ ਆਪਾਂ ਨੂੰ ਪਤਾ ਹੈ ਆਹ ਬੌਂਡ ਲੈਂਥ ਹੈ, ਆਹ ਬੌਂਡ ਲੈਂਥ ਹੈ, ਜਾਂ ਆਪਾਂ ਇਹ ਕਹਿ ਲਈਏ ਵੀ ਬੌਂਡ ਲੈਂਥ ਆਪਾਂ ਫਾਰਮੂਲਾ ਕੀ ਕੀਤਾ, ਰੇਡੀਅਸ ਆਫ ਏ ਐਟਮ ਪਲੱਸ ਰੇਡੀਅਸ ਆਫ ਬੀ ਐਟਮ। ਅਤੇ ਆਪਾਂ ਨੂੰ ਪਤਾ ਸਾਈਜ਼ ਆਪਾਂ ਰੇਡੀਅਸ ਤੋਂ ਦੱਸਦੇ ਹਾਂ। ਮੋਰ ਦਾ ਸਾਈਜ਼ ਆਫ ਦਾ ਐਟਮ more will be the radius। ਆਪਾਂ ਨੂੰ ਪਤਾ ਹੀ ਹੈ ਕਿ ਐਟਮ ਨੂੰ ਜੇ ਆਪਾਂ ਸਫੀਅਰ ਕੰਸੀਡਰ ਕੀਤਾ ਤਾਂ ਆਹ ਐਟਮ ਦਾ ਰੇਡੀਅਸ ਤੇ ਇੱਕ ਇਹਦਾ ਰੇਡੀਅਸ, ਆਹ ਮੰਨ ਲਓ ਆਰ ਏ ਹੈ ਅਤੇ ਆਹ ਆਰ ਬੀ ਹੈ। ਆਰ ਬੀ ਕੀ ਹੈ, ਜ਼ਿਆਦਾ ਹੈ। ਜੇ ਆਰ ਬੀ ਜ਼ਿਆਦਾ ਹੈ ਤਾਂ ਆਪਣੇ ਕੋਲ ਜਿਹੜੀ ਹੈਗੀ ਆ, ਜਿਹੜੇ ਬੌਂਡਡ ਹੋਣਗੇ ਐਟਮ, ਜਿਵੇਂ ਜਿਵੇਂ ਰੇਡੀਅਸ ਵੱਧਦਾ ਉਵੇਂ ਉਵੇਂ ਬੌਂਡ ਲੈਂਥ ਵੀ ਕੀ ਹੋਊਗੀ, ਇਨਕਰੀਜ਼ ਹੋਊਗੀ। ਠੀਕ ਹੈ, ਜਿੰਨਾ ਸਾਈਜ਼ ਜ਼ਿਆਦਾ ਹੁੰਦਾ ਉਨਾ ਰੇਡੀਅਸ ਵੀ ਜ਼ਿਆਦਾ। ਜੇ ਰੇਡੀਅਸ ਜ਼ਿਆਦਾ ਹੈਗਾ ਦੈਟ ਮੀਨਸ ਆਪਣੇ ਕੋਲੇ ਬੌਂਡ ਲੈਂਥ ਵੀ ਜ਼ਿਆਦਾ ਹੈ। ਦੈਟ ਮੀਨਸ ਇਹਦੇ ਕੀ ਹੋਊਗੀ, ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗੀ। ਠੀਕ ਹੈ, ਬੌਂਡ ਲੈਂਥ ਕੀ ਹੈ, ਆਹ ਦੋਨਾਂ ਦੇ ਡਿਸਟੈਂਸ ਜਿਹੜੀ ਇੱਕ ਨਿਊਕਲੀਅਸ ਤੋਂ ਲੈ ਕੇ ਦੂਸਰੇ ਨਿਊਕਲੀਅਸ ਤੱਕ, ਦੋਨੋਂ ਰੇਡੀਅਸ ਦਾ ਸਮ ਹੈ। ਅਤੇ ਜਿੰਨਾ ਐਟਮ ਦਾ ਸਾਈਜ਼ ਜ਼ਿਆਦਾ ਉਨਾ ਰੇਡੀਅਸ ਜ਼ਿਆਦਾ ਹੈ। ਅਤੇ ਜੇ ਇਹ ਰੇਡੀਅਸ ਜ਼ਿਆਦਾ ਹੋਣਗੇ ਤਾਂ ਅੰਡਰਸਟੂਡ ਆ ਬੌਂਡ ਲੈਂਥ ਵੀ ਜ਼ਿਆਦਾ ਹੋਊਗੀ, ਕਿਉਂਕਿ ਪਲੱਸ ਦਾ ਸਾਈਨ ਹੈ, ਐਡ ਅਪ ਹੋਣਗੇ। ਤਾਂ ਕਰਕੇ ਜੇ ਇਹਨਾਂ ਦੀ ਸਮ ਜ਼ਿਆਦਾ ਆਊਗਾ ਦੈਟ ਮੀਨਸ ਬੌਂਡ ਲੈਂਥ ਜ਼ਿਆਦਾ ਆਊਗੀ। ਤਾਂ ਜਿਵੇਂ ਜਿਵੇਂ ਸਾਈਜ਼ ਆਫ ਐਟਮ ਇਨਕਰੀਜ਼ ਕਰਦਾ ਹੈਗਾ ਉਵੇਂ ਉਵੇਂ ਆਪਣੇ ਕੋਲ ਜਿਹੜਾ ਹੈਗਾ ਬੌਂਡ ਲੈਂਥ ਆ ਉਹ ਇਨਕਰੀਜ਼ ਕਰਦੀ ਹੈ। ਠੀਕ ਹੈ, ਸਾਈਜ਼ ਇਨਕਰੀਜ਼ ਦੈਟ ਮੀਨਸ ਜਿਹੜਾ ਹੈਗਾ ਬੌਂਡ ਲੈਂਥ ਵੀ ਇਨਕਰੀਜ਼। ਸੈਕਿੰਡ, ਉਸ ਤੋਂ ਬਾਅਦ ਸੈਕਿੰਡ ਬੌਂਡ ਪੈਰਾਮੀਟਰ ਜਿਹੜਾ ਆਪਣੇ ਕੋਲ ਉਹ ਹੈਗਾ ਬੌਂਡ ਐਂਗਲ। ਉਹ ਕਿਹੜਾ, ਬੌਂਡ ਐਂਗਲ ਹੈ। ਬੌਂਡ ਐਂਗਲ ਕੀ ਹੁੰਦਾ, ਐਂਗਲ ਬਿਟਵੀਨ ਦਾ ਬੌਂਡਸ। ਇਹ ਵੀ ਆ ਜਾਊਗਾ, ਇਹ ਬਿਲਕੁਲ ਤੁਹਾਨੂੰ ਸਮਝਾਉਣ ਲਈ ਡੈਫੀਨੇਸ਼ਨਸ ਨੇ। ਓਫੀਸ਼ੀਅਲ ਡੈਫੀਨੇਸ਼ਨ ਤੁਸੀਂ ਜਿਹੜੀਆਂ ਹੈਗੀਆਂ ਉਹ ਆ ਬੁੱਕ ਵਾਲੀਆਂ ਹੀ ਲਿਖਣੀਆਂ ਨੇ। ਠੀਕ ਹੈ, ਜਿਵੇਂ ਬੌਂਡ ਲੈਂਥ ਆ, ਲੈਂਥ ਆਫ ਦਾ ਬੌਂਡ, ਕਿੰਨਾ ਲੈਂਥੀ ਆ ਬੌਂਡ। ਠੀਕ ਹੈ, ਕਿੰਨੀ ਉਹਦੀ ਲੈਂਥ ਆ, ਪਿਕੋਮੀਟਰਸ ਦੇ ਵਿੱਚ ਆ, ਨੈਨੋਮੀਟਰਸ ਦੇ ਵਿੱਚ ਆ, ਕਿਉਂਕਿ ਐਟਮ ਬਹੁਤ ਛੋਟੇ ਹੁੰਦੇ ਆ ਤਾਂ ਉਹਨਾਂ ਦੀਆਂ ਲੈਂਥ ਵੀ ਬਹੁਤ ਛੋਟੀਆਂ ਹੁੰਦੀਆਂ। ਇਹ ਨਹੀਂ ਵੀ ਆਪਾਂ ਉਹਨੂੰ ਸੈਂਟੀਮੀਟਰ ਜਾਂ ਮੀਟਰ ਦੇ ਵਿੱਚ ਮੈਜ਼ਰ ਕਰ ਲਾਂਗੇ, ਆਪਾਂ ਲੈਂਥ ਨੂੰ ਮੈਜ਼ਰ ਪਿਕੋਮੀਟਰ
ਜਾਂ ਨੈਨੋਮੀਟਰ, ਛੋਟੇ ਯੂਨਿਟਸ 'ਚ ਹੀ ਮੈਜ਼ਰ ਕਰਾਂਗੇ। ਠੀਕ ਹੈ, ਤਾਂ ਸਾਈਜ਼ ਆਫ ਦਾ ਐਟਮ ਵੀ ਜਿਹੜਾ ਹੈਗਾ ਆਪਾਂ ਪਿਕੋਮੀਟਰ ਜਾਂ ਨੈਨੋਮੀਟਰ ਵਗੈਰਾ 'ਚ ਹੀ ਮੈਜ਼ਰ ਕਰਦੇ ਹਾਂ। ਉਸ ਤੋਂ ਬਾਅਦ ਆ ਗਿਆ ਬੌਂਡ ਐਂਗਲ, ਐਂਗਲ ਬਿਟਵੀਨ ਦਾ ਬੌਂਡਸ। ਠੀਕ ਹੈ, ਤਾਂ ਇਹ ਤੁਸੀਂ ਕਹਿ ਸਕਦੇ ਹੈਗੇ ਹੋ ਕਿ ਜਿਹੜੇ ਇਲੈਕਟ੍ਰੋਨ ਪੇਅਰ ਹੁੰਦੇ ਆ ਅਰਾਊਂਡ ਦਾ ਸੈਂਟਰਲ ਐਟਮ। ਔਰ ਬੌਂਡ ਐਂਗਲ ਜਿਹੜਾ ਹੈਗਾ ਉਹ ਆਪਾਂ ਮੋਲੀਕਿਊਲ ਦੇ ਵਿੱਚ ਵੇਖਦੇ ਹਾਂ। ਕਿਹਦੇ ਵਿੱਚ ਵੇਖਦੇ ਹਾਂ? ਮੋਲੀਕਿਊਲ ਦੇ ਕੇਸ 'ਚ। ਜਿਵੇਂ ਹੁਣ ਆਪਣੇ ਕੋਲੇ ਵਾਟਰ ਹੈ, ਵਾਟਰ ਦੇ ਇੱਥੇ ਲੋਨ ਪੇਅਰਸ ਵੀ ਹੁੰਦੇ ਆ। ਆਹ ਲੋਨ ਪੇਅਰ ਪਏ ਆ ਆਕਸੀਜਨ 'ਤੇ। ਲੋਨ ਪੇਅਰ ਦੇ ਵਿਚਕਾਰ ਬੌਂਡ ਐਂਗਲ ਨਹੀਂ, ਜਿਹੜੇ ਬੌਂਡ ਪੇਅਰ ਹੁੰਦੇ ਆ ਇਹਦੇ ਆਸੇ ਪਾਸੇ ਉਹਨਾਂ ਵਿਚਕਾਰ ਜਿਹੜਾ ਐਂਗਲ ਹੁੰਦਾ ਉਹਨੂੰ ਆਪਾਂ ਬੌਂਡ ਐਂਗਲ ਕਹਿੰਦੇ ਹਾਂ। ਠੀਕ ਹੈ, ਆਹ ਸੈਂਟਰਲ ਐਟਮ ਆ ਆਕਸੀਜਨ, ਆ ਇਹਦੇ ਆਸੇ ਪਾਸੇ ਹਾਈਡਰੋਜਨ ਲੱਗੇ ਆ ਵਾਟਰ ਦੇ ਕੇਸ 'ਚ। ਠੀਕ ਹੈ, ਅਤੇ ਜਿਹੜਾ ਹਾਈਡਰੋਜਨ ਬੌਂਡ ਜਿਹੜੇ ਬਣੇ ਆ ਇਹਨਾਂ ਦੇ ਵਿਚਕਾਰ ਜਿਹੜਾ ਐਂਗਲ ਬਣ ਰਿਹਾ ਸੈਂਟਰਲ ਐਟਮ ਦੇ ਨਾਲ ਉਹਨੂੰ ਆਪਾਂ ਬੌਂਡ ਐਂਗਲ ਕਹਿੰਦੇ ਹਾਂ। ਠੀਕ ਹੈ, ਤਾਂ ਇਟ ਇਜ਼ ਦਾ ਐਂਗਲ ਬਿਟਵੀਨ ਬੌਂਡਿੰਗ ਇਲੈਕਟ੍ਰੋਨਸ ਜਾਂ ਬੌਂਡਸ, ਐਂਗਲ ਬਿਟਵੀਨ the bonding pair of electrons around the central atom in the molecule। ਕਿ ਮੋਲੀਕਿਊਲ ਦੇ ਵਿੱਚ ਜਿਹੜਾ ਆ ਮੋਲੀਕਿਊਲ ਆ ਵਾਟਰ ਦਾ, ਇਹਦੇ ਵਿੱਚ ਸੈਂਟਰਲ ਐਟਮ ਆਕਸੀਜਨ ਹੈ, ਤਾਂ ਇਹਦੇ ਜਿਹੜੇ ਬੌਂਡਿੰਗ ਪੇਅਰ ਆ ਇਹਨਾਂ ਦੇ ਵਿਚਕਾਰ ਜਿਹੜਾ ਐਂਗਲ ਹੈ ਉਹਨੂੰ ਆਪਾਂ ਕੀ ਕਹਿੰਦੇ ਹਾਂ? ਬੌਂਡ ਐਂਗਲ ਕਹਿੰਦੇ ਹਾਂ। ਠੀਕ ਹੈ, ਸੈਂਟਰਲ ਐਟਮ ਦੇ ਨਾਲ ਜਿਹੜਾ ਬੌਂਡ ਐਂਗਲ ਬਣਦਾ ਉਹਨੂੰ ਆਪਾਂ ਬੌਂਡ ਐਂਗਲ ਕਹਿੰਦੇ ਹਾਂ। ਠੀਕ ਹੈ, ਔਰ ਇਹ ਹਰੇਕ ਦੇ ਬੌਂਡ ਐਂਗਲਸ ਅਲੱਗ-ਅਲੱਗ ਹੁੰਦੇ ਆ ਕਿਉਂਕਿ ਜਿਹੜੀ ਬੌਂਡਸ ਹੈ ਉਹਨਾਂ ਦੀ ਜਿਹੜੀ ਰਿਪਲਸ਼ਨ ਹੈ ਜਾਂ ਕੁਛ ਵੀ ਹੈ ਉਹ ਆਪਾਂ ਅੱਗੇ ਪੜ੍ਹਾਂਗੇ, ਉਹ ਅਲੱਗ-ਅਲੱਗ ਹੁੰਦੀ ਆ। ਥਰਡ ਐਂਡ ਵੈਰੀ ਇੰਪੋਰਟੈਂਟ ਇਜ਼ ਬੌਂਡ ਐਂਥੈਲਪੀ। ਸੌਰੀ, ਮੈਂ 3 ਬੌਂਡ ਪੈਰਾਮੀਟਰਸ ਕਹੇ ਸੀ, 4 ਹੁੰਦੇ ਐਕਚੁਅਲੀ। ਠੀਕ ਹੈ, ਮੇਰੇ ਦਿਮਾਗ 'ਚੋਂ ਨਿਕਲ ਗਿਆ ਸੀ। ਬੌਂਡ ਐਂਥੈਲਪੀ, ਹੁਣ ਦੇਖੋ ਜਦੋਂ ਵੀ ਬੌਂਡ ਬਣਦਾ, ਬੌਂਡ ਫਾਰਮ, ਐਨਰਜੀ ਰਿਲੀਜ਼, ਐਨਰਜੀ ਕੀ ਹੁੰਦੀ ਹੈ? ਰਿਲੀਜ਼ ਹੁੰਦੀ ਹੈ। ਬੌਂਡ ਬ੍ਰੇਕ, ਐਨਰਜੀ ਰਿਕੁਆਇਰਡ। ਠੀਕ ਹੈ, ਕਿ ਜਦੋਂ ਬੌਂਡ ਬਣੂਗਾ ਉਦੋਂ ਐਨਰਜੀ ਰਿਲੀਜ਼ ਹੋਊਗੀ। ਜਦੋਂ ਬੌਂਡ ਨੂੰ ਬਣੇ ਹੋਏ ਬੌਂਡ ਨੂੰ ਜਦੋਂ ਤੋੜਨਾ ਹੈ ਤਾਂ ਤੁਹਾਨੂੰ ਐਨਰਜੀ ਕੀ ਹੈ? ਸਪਲਾਈ ਕਰਨੀ ਪਊਗੀ। ਇਹਨਾਂ ਦੋਨਾਂ ਹੀ ਜਿਹੜੀਆਂ ਐਨਰਜੀਜ਼ ਆ, ਚਾਹੇ ਬੌਂਡ ਨੂੰ ਤੋੜਨ ਵੇਲੇ ਚਾਹੇ ਬੌਂਡ ਦੇ ਬਣਨ ਵੇਲੇ ਜਿਹੜੀਆਂ ਰਿਲੀਜ਼ ਹੁੰਦੀ ਹੈ, ਇਹਨੂੰ ਆਪਾਂ ਬੌਂਡ ਐਂਥੈਲਪੀ ਕਹਿੰਦੇ ਹਾਂ। ਕੀ ਕਹਿੰਦੇ ਇਹਨੂੰ ਆਪਾਂ? ਬੌਂਡ ਐਂਥੈਲਪੀ। ਅਤੇ ਇਹਦੀ ਪ੍ਰੋਪਰ ਜਿਹੜੀ ਡੈਫੀਨੇਸ਼ਨ ਹੈ ਉਹ ਤੁਸੀਂ ਕੀ ਲਿਖਣੀ ਹੈ? ਔਰ ਦੋਨੋਂ ਡੈਫੀਨੇਸ਼ਨਸ, ਚਾਹੇ ਬੌਂਡ ਨੂੰ ਤੋੜਨ ਵਾਲੀ ਜਿਵੇਂ ਲੈਟਿਸ ਐਨਰਜੀ ਸੀ, ਚਾਹੇ ਬੌਂਡ ਦੇ ਬਣਨ ਵਾਲੀ। ਠੀਕ ਹੈ, ਦੋਨੋਂ ਹੀ ਡੈਫੀਨੇਸ਼ਨ ਸਹੀ ਹੋਣਗੀਆਂ। ਠੀਕ ਹੈ, ਅਤੇ ਇੱਥੇ ਡੈਫੀਨੇਸ਼ਨ ਜਿਹੜੀ ਹੈਗੀ ਆ ਉਹ ਕੀ ਆ? ਅਮਾਊਂਟ ਆਫ ਐਨਰਜੀ, ਐਂਥੈਲਪੀ ਹੈ ਤਾਂ 1 ਮੋਲ ਆਊਗਾ ਹੀ ਆਊਗਾ। ਅਮਾਊਂਟ ਆਫ ਐਨਰਜੀ ਰਿਕੁਆਇਰਡ, ਰਿਕੁਆਇਰਡ ਆ ਗਿਆ, ਦੈਟ ਮੀਨਸ ਕੀ ਹੈ? ਬ੍ਰੇਕ ਕਰਨਾ। ਠੀਕ ਹੈ, required to break 1 mole of bonds, 1 mole of bonds of particular type between the atoms in the gaseous state। ਹੁਣ ਜਿਹੜੀ ਇਹ ਐਨਰਜੀ ਰਿਕੁਆਇਰਡ ਲਈ ਹੈ, ਇਹ ਲਈ ਹੈ, ਇਹਨੂੰ ਕਹਿੰਦੇ ਆਪਾਂ ਅਸਲ 'ਚ ਬੌਂਡ ਡਿਸੋਸੀਏਸ਼ਨ ਐਨਰਜੀ। ਇਹਨੂੰ ਕੀ ਕਹਿੰਦੇ ਹਾਂ ਆਪਾਂ? ਬੌਂਡ ਡਿਸੋਸ। ਇਹੀ ਡੈਫੀਨੇਸ਼ਨ ਕਿਉਂ ਲਈ? ਕਿਉਂਕਿ ਹੁਣ ਆਪਾਂ ਕਰ ਰਹੇ ਹਾਂ ਬੌਂਡ ਪੈਰਾਮੀਟਰਸ। ਬੌਂਡ ਪੈਰਾਮੀਟਰਸ ਦਾ ਮਤਲਬ ਕੀ ਹੈ? ਕਿ ਬੌਂਡ ਬਣਿਆ ਹੋਇਆ ਉਹਦੇ ਵਾਸਤੇ ਉਹਦੀਆਂ ਕਿਹੜੀਆਂ ਪ੍ਰੋਪਰਟੀਜ਼ ਆ। ਆ ਤਾਂ ਜਦੋਂ ਬੌਂਡ ਬਣੂਗਾ ਉਦੋਂ ਆ ਨਾ, ਤਾਂ ਕਰਕੇ ਇਸ ਕੰਸੈਪਟ ਨੂੰ ਇੱਥੇ ਆਪਾਂ ਛੱਡ ਦਿੰਦੇ ਹਾਂ। ਇੱਥੇ ਆਪਾਂ ਕੀ ਲੈਣਾ ਕਿ ਬੌਂਡ ਬਣਿਆ ਅਤੇ ਉਹਨੂੰ ਤੁਸੀਂ ਤੋੜ ਸਕਦੇ ਹੋ, ਬਣੀ ਹੋਈ ਚੀਜ਼ ਨੂੰ ਹੀ ਤੋੜਾਂਗੇ।
ਤਾਂ ਇਹ ਬੌਂਡ ਪੈਰਾਮੀਟਰਸ ਕੀ ਹੈ ਕਿ ਬੌਂਡ ਬਣ ਚੁੱਕਿਆ, ਉਸ ਬੌਂਡ ਬਣ ਚੁੱਕੇ ਦੀਆਂ ਕੀ ਪ੍ਰੋਪਰਟੀਜ਼ ਹੈ। ਤਾਂ ਕਰਕੇ ਇੱਥੇ ਆਪਾਂ ਬੌਂਡ ਡਿਸੋਸੀਏਸ਼ਨ ਐਂਥੈਲਪੀ ਲੈਂਦੇ ਹਾਂ, ਐਂਥੈਲਪੀ ਔਰ ਐਨਰਜੀ। ਡਿਸੋਸੀਏਸ਼ਨ ਦਾ ਮਤਲਬ ਕੀ ਹੁੰਦਾ, ਤੋੜਨਾ, ਅਤੇ ਬੌਂਡ ਨੂੰ ਤੋੜਨ ਵਾਲੀ ਐਨਰਜੀ। ਤਾਂ ਇਹ ਉਹ ਐਨਰਜੀ ਆ, ਅਮਾਊਂਟ ਆਫ ਐਨਰਜੀ ਰਿਕੁਆਇਰਡ ਟੂ ਬ੍ਰੇਕ 1 ਮੋਲ ਆਫ, 1 ਮੋਲ ਆਫ ਬੌਂਡਸ ਨੂੰ ਤੋੜਨਾ ਅਤੇ ਇੱਕੋ ਟਾਈਪ ਦੇ ਹੋਣ। ਠੀਕ ਹੈ, ਜੇ ਸਾਰੇ ਕੋਵਾਲੈਂਟ ਆ ਤਾਂ ਕੋਵਾਲੈਂਟ ਵਾਲਿਆਂ ਨੂੰ ਤੋੜਨ 1 ਮੋਲ ਦੇ ਵਿੱਚ, ਜੇ 1 ਮੋਲ ਦੇ ਵਿੱਚ ਆਇਨਿਕ ਆ ਤਾਂ ਆਇਨਿਕ ਵਾਲਿਆਂ ਨੂੰ ਹੀ ਤੋੜਨਾ ਹੋਵੇ। ਠੀਕ ਹੈ, ਇਹ ਨਹੀਂ ਕਿ ਅੱਧੇ ਆਇਨਿਕ ਅਤੇ ਅੱਧੇ ਕੋਵਾਲੈਂਟ ਹੈ। ਤਾਂ ਇੱਕੋ ਟਾਈਪ ਦੇ ਬੌਂਡਸ ਨੂੰ ਤੋੜਨਾ ਐਟਮ 'ਚ ਬਣੇ ਆ, ਅਤੇ ਐਟਮ ਕਿਹੜੀ ਫੇਜ਼ 'ਚ ਹੋਣੇ ਚਾਹੀਦੇ ਆ, ਗੈਸ਼ੀਅਸ ਫੇਜ਼ 'ਚ ਹੋਣੇ ਚਾਹੀਦੇ ਆ। ਠੀਕ ਹੈ, ਜਦੋਂ ਉਹਨਾਂ ਦਾ ਬੌਂਡ ਤੋੜਨਾ ਹੈ, ਮੰਨ ਲਓ A ਅਤੇ B ਦਾ ਆਹ ਬੌਂਡ ਤੋੜਨਾ ਹੈ, ਉਦੋਂ A ਅਤੇ B ਗੈਸ਼ੀਅਸ ਫਾਰਮ ਦੇ ਵਿੱਚ ਹੋਣੇ ਚਾਹੀਦੇ ਆ। ਠੀਕ ਹੈ, ਆਹ ਬੌਂਡ ਨੂੰ ਤੋੜਨਾ, ਇਹਨੂੰ ਤੋੜਨ ਵਾਸਤੇ ਜਿਹੜੀ ਐਨਰਜੀ ਚਾਹੀਦੀ ਆ ਉਹਨੂੰ ਕਹਿੰਦੇ ਆਪਾਂ ਬੌਂਡ ਡਿਸੋਸੀਏਸ਼ਨ ਐਂਥੈਲਪੀ ਔਰ ਐਨਰਜੀ। ਠੀਕ ਹੈ, ਜਦੋਂ ਇਹਨਾਂ ਦੇ 1 ਮੋਲ ਆਫ ਬੌਂਡ ਨੂੰ ਤੋੜਦੇ ਆ, ਅਤੇ ਇਹਦੀਆਂ ਯੂਨਿਟਸ ਆਪਣੇ ਕੋਲ ਕੀ ਹੈ, ਕਿਲੋ ਜਾਊਲ ਪਰ ਮੋਲ। ਇਹਦੀਆਂ ਯੂਨਿਟਸ ਹੈਗੀਆਂ ਕਿਲੋ ਜਾਊਲ ਪਰ ਮੋਲ। ਠੀਕ ਹੈ, ਹੁਣ ਅੱਗੇ ਆ ਗਏ ਇਹਦੇ ਫੈਕਟਰਸ। ਨੈਕਸਟ ਆ ਗਏ ਇਹਦੇ ਫੈਕਟਰਸ। ਫੈਕਟਰਸ ਦੇ ਵਿੱਚ ਸਭ ਤੋਂ ਪਹਿਲਾਂ ਹੈਗਾ ਆਪਣੇ ਕੋਲੇ ਸਾਈਜ਼ ਆਫ ਐਟਮਸ। ਹੁਣ ਸਾਈਜ਼ ਆਫ ਐਟਮ ਹੈ, ਆਪਾਂ ਕੀ ਪੜ੍ਹਿਆ, ਸਾਈਜ਼ ਆਫ ਐਟਮ ਜੇ ਜ਼ਿਆਦਾ ਹੋਊਗਾ, ਵੱਡਾ ਸਾਈਜ਼ ਹੋਊਗਾ, ਤਾਂ ਉਹਦੇ ਵਿੱਚ ਹੁਣ ਆਪਣੇ ਕੋਲੇ ਐਟਮਸ ਵੀ ਕੀ ਹੋਣਗੇ, ਐਟਮਸ ਵਿਲ ਨਾਟ ਕਮ ਕਲੋਜ਼। ਅਤੇ ਜੇ ਐਟਮਸ ਕਲੋਜ਼ ਨਹੀਂ ਆਉਣਗੇ, ਬੌਂਡ ਵਿਲ ਬੀ ਵੀਕ, ਬੌਂਡ ਕੀ ਹੋਊਗਾ, ਵੀਕ ਹੋਊਗਾ। ਜੇ ਬੌਂਡ ਵੀਕ ਹੋਊਗਾ ਦੈਟ ਮੀਨਸ ਕੀ ਹੈ ਕਿ ਬੌਂਡ ਵਿਲ ਰਿਕੁਆਇਰ ਲੈਸ ਐਨਰਜੀ, ਬੌਂਡ ਵਿਲ ਰਿਕੁਆਇਰ ਲੈਸ ਐਨਰਜੀ ਟੂ ਬ੍ਰੇਕ। ਅਤੇ ਜੇ ਉਹਦੀ ਐਨਰਜੀ ਘੱਟ ਹੋਊਗੀ ਦੈਟ ਮੀਨਸ ਬੌਂਡ ਡਿਸੋਸੀਏਸ਼ਨ, BDE ਮੀਨਸ ਬੌਂਡ ਡਿਸੋਸੀਏਸ਼ਨ ਐਨਰਜੀ ਵਿਲ ਬੀ ਲੈਸ। ਬੌਂਡ ਐਨਰਜੀ ਘੱਟ ਆ ਗਈ, ਸਾਈਜ਼ ਆਫ ਐਟਮ ਆਪਾਂ ਮੋਰ ਤੋਂ ਸ਼ੁਰੂ ਕੀਤਾ, ਰਿਜ਼ਲਟ ਆਪਣੇ ਕੋਲ ਲੈਸ 'ਤੇ ਆਇਆ, ਦੈਟ ਮੀਨਸ ਇਹ ਕੀ ਹੋ ਗਿਆ, ਇਨਵਰਸਲੀ ਪ੍ਰਪੋਰਸ਼ਨਲ ਹੋ ਗਿਆ ਬੌਂਡ ਡਿਸੋਸੀਏਸ਼ਨ ਐਂਥੈਲਪੀ ਦੇ। ਠੀਕ ਹੈ, ਕਿ ਜਿਵੇਂ ਜਿਵੇਂ ਆਪਣੇ ਕੋਲ ਐਟਮ ਦਾ ਸਾਈਜ਼ ਹੋਊਗਾ ਉਹਦਾ ਬੌਂਡ ਕੀ ਹੋਊਗਾ, ਵੀਕ ਹੋਊਗਾ, ਕਿਉਂਕਿ ਇਲੈਕਟ੍ਰੋਨ ਅਤੇ ਨਿਊਕਲੀਅਸ ਦੂਰ ਦੂਰ ਹੋ ਜਾਣਗੇ, ਉਹਨਾਂ ਵਿੱਚ ਅਟਰੈਕਸ਼ਨ ਦੀਆਂ ਜਿਹੜੀਆਂ ਫੋਰਸਿਸ ਆ ਉਹ ਕੀ ਹੋਣਗੀਆਂ, ਘੱਟ ਹੋਣਗੀਆਂ। ਤਾਂ ਸਾਈਜ਼ ਆਫ ਐਟਮ ਜਿੰਨਾ ਜ਼ਿਆਦਾ, ਐਟਮਸ ਕਲੋਜ਼ ਨਹੀਂ ਆਉਣਗੇ, ਕਲੋਜ਼ ਨਹੀਂ ਆਉਣਗੇ ਤਾਂ ਉਹਨਾਂ ਦਾ ਬੌਂਡ ਵੀਕ ਹੋਊਗਾ, ਜਿੰਨਾ ਬੌਂਡ ਵੀਕ ਹੋਊਗਾ ਉਹਨੂੰ ਤੋੜਨ ਲਈ ਐਨਰਜੀ ਵੀ ਓਨੀ ਘੱਟ ਚਾਹੀਦੀ ਹੈ। ਅਤੇ ਜੇ ਐਨਰਜੀ ਘੱਟ ਚਾਹੀਦੀ ਹੈ ਦੈਟ ਮੀਨਸ ਉਹ ਐਨਰਜੀ ਕਿਹੜੀ ਆ, ਬੌਂਡ ਡਿਸੋਸੀਏਸ਼ਨ ਐਨਰਜੀ ਹੈ। ਠੀਕ ਹੈ, ਤਾਂ ਇਹ ਹੋ ਗਿਆ ਹੁਣ ਆਪਣੇ ਕੋਲੇ ਕਿ ਜਿਹੜਾ ਬੌਂਡ ਐਨਰਜੀ ਹੈਗੀ ਆ, ਇਹਦੇ ਵਿੱਚ ਜਿਹੜੀ ਐਗਜ਼ਾਮਪਲ ਹੈ ਦਿੱਤੀ ਹੋਈ ਆ ਹਾਈਡਰੋਜਨ ਅਤੇ ਕਲੋਰੀਨ ਦਾ ਕੇਸ ਲਿਆ ਹੋਇਆ। ਹਾਈਡਰੋਜਨ ਬੌਂਡ ਨੂੰ ਤੋੜਨ ਲਈ ਐਨਰਜੀ, ਇੱਕ Cl ਬੌਂਡ ਨੂੰ ਤੋੜਨ ਲਈ ਐਨਰਜੀ। ਇਹਨੂੰ ਜਿਹੜੀ ਐਨਰਜੀ ਚਾਹੀਦੀ ਆ ਉਹ ਹੈਗੀ ਆ 435 ਕਿਲੋ ਜਾਊਲ ਪਰ ਮੋਲ। ਜਿਹੜੀ ਦੂਸਰੀ ਆ ਕਲੋਰੀਨ ਨੂੰ ਚਾਹੀਦੀ ਆ ਉਹ ਹੈਗੀ ਆ 243.5 ਕਿਲੋ ਜਾਊਲ ਪਰ ਮੋਲ। ਹੁਣ ਇਹ ਐਨਰਜੀ ਘੱਟ ਕਿਉਂ ਆ, ਬਿਕੋਜ਼ ਕਲੋਰੀਨ ਦਾ ਸਾਈਜ਼ ਮੋਰ ਦੈਨ ਹਾਈਡਰੋਜਨ, ਹਾਈਡਰੋਜਨ ਨਾਲੋਂ ਕਲੋਰੀਨ ਦਾ ਸਾਈਜ਼ ਜ਼ਿਆਦਾ ਅਤੇ ਉਹਦੀ ਬੌਂਡ ਡਿਸੋਸੀਏਸ਼ਨ ਐਨਰਜੀ, ਇਹ ਬੌਂਡ ਡਿਸੋਸੀਏਸ਼ਨ ਐਨਰਜੀਜ਼ ਹੈ ਦੋਨੋਂ ਵੈਲਿਊਜ਼। ਅਤੇ ਇਹਦੀ ਬੌਂਡ ਡਿਸੋਸੀਏਸ਼ਨ ਐਨਰਜੀ ਕੀ ਹੈ, ਲੋ ਆ, ਇਹਦੀ ਹਾਈ ਹੈ, ਇਹਦਾ ਸਾਈਜ਼ ਜ਼ਿਆਦਾ, ਇਹਦਾ ਸਾਈਜ਼ ਜ਼ਿਆਦਾ, ਇਹਦਾ ਸਾਈਜ਼ ਘੱਟ ਹੈ। ਸੈਕਿੰਡ ਆ ਗਿਆ ਆਪਣੇ ਕੋਲੇ ਬੌਂਡ ਲੈਂਥ। ਬੌਂਡ ਲੈਂਥ ਦਾ ਮਤਲਬ ਕੀ ਹੈ ਕਿ ਜੇ ਆਪਣੇ ਕੋਲੇ ਦੋ ਐਟਮ ਆ ਉਹ ਇੰਨੇ ਲੌਂਗ ਹੈ, ਇੱਕ ਹੈਗੀ ਹੈ ਇੰਨੀ ਕੁ, ਜਿਹੜੇ ਲੌਂਗ ਹੈ ਬੌਂਡ ਲੈਂਥ ਜ਼ਿਆਦਾ ਹੈ, ਜਿਹੜੀ ਬੌਂਡ ਲੈਂਥ ਜ਼ਿਆਦਾ ਹੈ ਨਾ,
ਉਹ ਆਪਣੇ ਕੋਲੇ ਕੀ ਹੋਊਗੀ, ਬੌਂਡ ਦੂਰ ਦੂਰ ਨੇ ਐਟਮਸ, ਮੀਨਸ ਬੌਂਡ ਕੀ ਹੈ, ਬੌਂਡ ਲੈਂਥ ਜ਼ਿਆਦਾ ਆ ਤਾਂ ਬੌਂਡ ਕੀ ਹੋਏਗਾ, ਵੀਕ। ਬੌਂਡ ਲੈਂਥ ਘੱਟ ਹੈ ਤਾਂ ਬੌਂਡ ਕੀ ਹੋਏਗਾ, ਸਟਰੋਂਗ। ਜੇ ਇਹ ਬੌਂਡ ਸਟਰੋਂਗ ਹੈ ਤੇ ਇਹਦੀ ਬੌਂਡ ਡਿਸੋਸੀਏਸ਼ਨ ਐਨਰਜੀ ਕੀ ਹੋਊਗੀ, ਜ਼ਿਆਦਾ। ਸਟਰੋਂਗ ਬੌਂਡ ਨੂੰ ਤੋੜਨ ਲਈ ਜ਼ਿਆਦਾ ਐਨਰਜੀ ਚਾਹੀਦੀ ਹੈ। ਇੱਥੇ ਬੌਂਡ ਡਿਸੋਸੀਏਸ਼ਨ ਐਨਰਜੀ ਕੀ ਹੋਊਗੀ, ਲੈਸ ਹੋਊਗੀ। ਦੈਟ ਮੀਨਸ ਬੌਂਡ ਲੈਂਥ ਜ਼ਿਆਦਾ ਹੈ ਅਤੇ ਐਨਰਜੀ ਲੈਸ ਹੈ, ਅਤੇ ਇਨਵਰਸਲੀ ਪ੍ਰਪੋਰਸ਼ਨਲ ਆ ਗਈ ਬੌਂਡ ਡਿਸੋਸੀਏਸ਼ਨ ਐਨਰਜੀ। ਥਰਡ, ਬੌਂਡ ਮਲਟੀਪਲਿਸਿਟੀ। ਬੌਂਡ ਮਲਟੀਪਲਿਸਿਟੀ ਦਾ ਮਤਲਬ ਕਿ ਨੰਬਰ ਆਫ ਬੌਂਡਸ ਜ਼ਿਆਦਾ। ਮੋਰ ਦਾ ਮਲਟੀਪਲਿਸਿਟੀ ਸ਼ਾਰਟ ਦਾ ਬੌਂਡ ਜ਼ਿਆਦਾ ਹੈ, ਠੀਕ ਹੈ। ਬੌਂਡ ਸ਼ਾਰਟ ਹੈ ਤਾਂ ਮੋਰ ਐਨਰਜੀ ਰਿਕੁਆਇਰਡ। ਜਾਂ ਆਪਾਂ ਵੈਸੇ ਵੀ ਕਹਿ ਸਕਦੇ ਹਾਂ ਕਿ ਸਿੰਗਲ ਬੌਂਡ ਹੈ, ਫਿਰ ਡਬਲ ਆ ਗਿਆ, ਫਿਰ ਟ੍ਰਿਪਲ ਆ ਗਿਆ। ਸਿੰਗਲ ਬੌਂਡ ਨੂੰ ਤੋੜਨ ਲਈ ਐਨਰਜੀ ਘੱਟ ਲੱਗੂਗੀ, ਇਹਨੂੰ ਤੋੜਨ ਲਈ ਐਨਰਜੀ ਮੋਰ, ਇਹਨੂੰ ਹੋਰ ਜ਼ਿਆਦਾ, ਕਿਉਂਕਿ 3 ਬੌਂਡਸ ਨੂੰ ਤੋੜਨਾ ਤਾਂ ਐਨਰਜੀ ਜ਼ਿਆਦਾ ਚਾਹੀਦੀ ਹੈ, 2 ਨੂੰ ਚਾਹੀਦਾ ਤਾਂ ਇਹਦੇ। ਜਿਵੇਂ ਜਿਵੇਂ ਮਲਟੀਪਲਿਸਿਟੀ ਇਨਕਰੀਜ਼ ਕਰਦੀ ਹੈ ਅਤੇ ਉਵੇਂ ਉਵੇਂ ਬੌਂਡ ਡਿਸੋਸੀਏਸ਼ਨ ਐਨਰਜੀ ਵੀ ਇਨਕਰੀਜ਼ ਕਰਦੀ ਹੈ। ਦੈਟ ਮੀਨਸ ਬੌਂਡ ਮਲਟੀਪਲਿਸਿਟੀ ਦੇ ਕੀ ਹੋਊਗੀ, ਡਾਇਰੈਕਟਲੀ ਪ੍ਰਪੋਰਸ਼ਨਲ ਹੋਊਗੀ ਬੌਂਡ ਮਲਟੀਪਲਿਸਿਟੀ ਅਤੇ ਬੌਂਡ ਡਿਸੋਸੀਏਸ਼ਨ ਐਨਰਜੀ, ਠੀਕ ਹੈ। ਉਸ ਤੋਂ ਬਾਅਦ ਜਿਹੜਾ ਹੈਗਾ ਹੁਣ ਕੰਸੈਪਟ ਆਪਣੇ ਕੋਲੇ, ਦੈਟ ਇਜ਼ ਐਵਰੇਜ ਬੌਂਡ ਐਂਥੈਲਪੀ, ਠੀਕ ਹੈ। ਐਵਰੇਜ ਬੌਂਡ ਐਂਥੈਲਪੀ ਦਾ ਐਵਰੇਜ ਕੀ ਹੁੰਦਾ, ਐਵਰੇਜ ਬੌਂਡ ਐਂਥੈਲਪੀ ਕੀ ਹੈ, ਕਿਹਦੇ ਕੇਸ 'ਚ ਲੈਂਦੇ ਹਾਂ ਇਹ ਆਪਾਂ, ਇਹ ਲੈਂਦੇ ਹਾਂ ਪੋਲੀ ਅਟੋਮਿਕ ਦੇ ਕੇਸ 'ਚ, ਪੋਲੀ ਅਟੋਮਿਕ ਐਟਮਸ ਦੇ ਕੇਸ 'ਚ। ਪੋਲੀ ਅਟੋਮਿਕ ਹੁੰਦੇ ਜਿਨ੍ਹਾਂ ਵਿੱਚ 2 ਤੋਂ ਜ਼ਿਆਦਾ ਐਟਮਸ ਹੋਣ, ਠੀਕ ਹੈ। ਜਦੋਂ ਹੁਣ ਆਪਣੇ ਕੋਲੇ ਪੋਲੀ ਅਟੋਮਿਕ ਐਟਮਸ ਆ ਜਾਂਦੇ ਹੈਗੇ ਆ ਤਾਂ ਪੋਲੀ ਅਟੋਮਿਕ ਦੇ ਕੇਸ ਵਿੱਚ ਆਪਣੇ ਕੋਲੇ ਜਿਹੜਾ ਹੈਗਾ ਆਪਾਂ ਲੈਂਦੇ ਹਾਂ ਐਵਰੇਜ। ਐਵਰੇਜ ਕੀ ਹੁੰਦਾ ਆਪਣੇ ਕੋਲੇ ਕਿ ਸਮ ਆਫ ਐਵਰੇਜ ਬੌਂਡ ਐਂਥੈਲਪੀ, sum of different bond enthalpies divided by number of bonds, number of bonds ਕਿ ਕਿੰਨੇ ਬੌਂਡ ਦੀ ਜਿਹੜੀ ਐਨਰਜੀਜ਼ ਆ ਉਹ ਤੁਸੀਂ ਲਈਆਂ। ਫੋਰ ਐਗਜ਼ਾਮਪਲ ਤੁਸੀਂ ਵਾਟਰ ਦਾ ਕੇਸ ਲੈਂਦੇ ਹੋ, H2O, ਇਹ 'ਚ 3 ਐਟਮ ਨੇ, 3 ਐਟਮ ਨੇ। ਜਦੋਂ 2 ਤੋਂ ਜ਼ਿਆਦਾ ਐਟਮਸ ਹੋ ਜਾਣ ਤਾਂ ਪੋਲੀਅਟੋਮਿਕ ਆ ਜਾਂਦਾ, 2 ਹਾਈਡਰੋਜਨ ਅਤੇ 1 ਆਹ ਹੈ ਤਾਂ ਇਹ ਪੋਲੀਅਟੋਮਿਕ 'ਚ ਆ ਗਿਆ। ਇਹਦੇ ਬੌਂਡ ਇਸ ਤਰ੍ਹਾਂ ਹੈ, ਠੀਕ ਹੈ। ਇਹਦੇ 2 ਬੌਂਡ ਇਸ ਤਰੀਕੇ ਦੇ ਨਾਲ ਹੈਗੇ ਆ ਤਾਂ ਇਹ ਜਿਵੇਂ ਟੁੱਟੂਗਾ, ਠੀਕ ਹੈ। ਤਾਂ ਇਹਨੇ ਜਦੋਂ ਬ੍ਰੇਕ ਹੋਊਗਾ ਤਾਂ ਇਹ ਬ੍ਰੇਕ ਡਾਊਨ ਕਿਵੇਂ ਹੋਊਗਾ, ਐਵੇਂ ਹੋਊਗਾ। ਪਹਿਲਾਂ 1 ਬੌਂਡ ਟੁੱਟ ਗਿਆ ਤਾਂ ਹਾਈਡਰੋਜਨ ਪਲੱਸ ਕੀ ਬਚੂਗਾ, ਇੱਕ ਤਾਂ ਆਹ ਪਾਰਟ ਅਲੱਗ ਹੋ ਗਿਆ ਅਤੇ ਇੱਕ ਆਹ ਪਾਰਟ ਅਲੱਗ ਹੋ ਗਿਆ, ਵਾਟਰ ਬ੍ਰੇਕ ਹੋ ਗਿਆ। ਇਹਦੇ ਲਈ ਜਿਹੜੀ ਬੌਂਡ ਡਿਸੋਸੀਏਸ਼ਨ ਐਨਰਜੀ ਚਾਹੀਦੀ ਆ ਉਹ ਫਸਟ ਆ ਗਈ, ਪਹਿਲਾ ਬੌਂਡ ਟੁੱਟ ਗਿਆ, ਆਹ ਦੂਜਾ ਬੌਂਡ ਹੈ, ਠੀਕ ਹੈ। ਇਹਦੀ ਡਿਸੋਸੀਏਸ਼ਨ ਐਨਰਜੀ ਮੰਨ ਲਓ x ਕਿਲੋ ਜੂਲ ਆ ਗਈ। ਫਿਰ ਆਹ ਬੌਂਡ ਟੁੱਟਣਾ OH, ਜਦੋਂ ਟੁੱਟੂਗਾ ਹਾਈਡਰੋਜਨ ਪਲੱਸ ਆਕਸੀਜਨ ਗੈਸ਼ੀਅਸ ਫਾਰਮ 'ਚ ਹੋ ਜਾਣਗੇ ਇਹ। ਜਦੋਂ ਦੂਜਾ ਬੌਂਡ ਟੁੱਟਿਆ ਤਾਂ ਦੂਜੀ ਬੌਂਡ ਡਿਸੋਸੀਏਸ਼ਨ ਐਨਰਜੀ ਹੋ ਗਈ, ਮੰਨ ਲਓ ਇਹ ਆ ਗਈ। ਹੁਣ ਇਹ ਦੋਨੋਂ ਵੈਲਿਊਜ਼ ਅਲੱਗ-ਅਲੱਗ ਨੇ ਤਾਂ ਆਪਾਂ ਵਾਟਰ ਦੀ ਬੌਂਡ ਡਿਸੋਸੀਏਸ਼ਨ ਐਨਰਜੀ ਕੀ ਦੱਸਾਂਗੇ ਵੀ ਵਾਟਰ ਦੀ ਬੌਂਡ ਡਿਸੋਸੀਏਸ਼ਨ ਐਨਰਜੀ ਕੀ ਹੁੰਦੀ ਹੈ। ਤਾਂ ਜਦੋਂ ਇੰਨੇ ਸਾਰੇ ਐਟਮਸ ਹੋਣ ਤਾਂ ਆਪਾਂ ਕੀ ਕੱਢ ਲੈਂਦੇ ਹਾਂ, ਐਵਰੇਜ ਕੱਢ ਲੈਂਦੇ ਹਾਂ, ਠੀਕ ਹੈ। ਵੈਸੇ ਵੀ ਤੁਸੀਂ ਦੇਖੋ ਹੁਣ ਕੋਈ ਮੈਨੂੰ ਐਂ ਪੁੱਛ ਲੇ ਵੀ ਤੁਹਾਡਾ ਕੈਮਿਸਟਰੀ ਦਾ ਰਿਜ਼ਲਟ ਕਿਵੇਂ ਆਇਆ, ਕਿ ਕਿੰਨੇ ਕੁ ਮਾਰਕਸ ਹੈਗੇ, ਐਵਰੇਜ ਹੀ ਦੱਸ ਦਿਓ ਵੀ ਐਵਰੇਜ ਕਿੰਨੇ ਆ। ਤਾਂ ਮੈਂ ਕੀ ਕਰੂੰਗੀ, ਮੈਂ ਇਕੱਲੇ ਬੱਚੇ ਦੇ ਮਾਰਕਸ ਤਾਂ ਨਹੀਂ ਦੱਸੂਗੀ ਵੀ ਉਹਦੇ ਇੰਨੇ ਸੀ ਉਹਦੇ ਇੰਨੇ ਸੀ, ਮੈਂ ਐਵਰੇਜ ਜਾਂ ਦੱਸ ਦੂੰਗੀ। ਮੰਨ ਲਓ ਵੀ 20 ਨੰਬਰ ਦਾ ਟੈਸਟ ਸੀ ਅਤੇ ਵੀ ਐਵਰੇਜ 15 ਕੁ ਮਾਰਕਸ ਹੈਗੇ ਆ,
ਐਵਰੇਜ ਕਿੰਨੇ ਆ 15 ਕੁ ਮਾਰਕਸ ਆ। ਤਾਂ ਹੁਣ ਇੱਥੇ ਜਿਵੇਂ ਨੰਬਰ ਆਫ ਬੌਂਡਸ, ਕਿਉਂਕਿ ਕਈ ਤਾਂ 5-5 ਬੌਂਡ ਵੀ ਬਣਾਉਂਦੇ ਆ, ਤਾਂ ਆਪਾਂ 5-5 ਬੌਂਡਸ ਦੀ ਅਲੱਗ-ਅਲੱਗ ਐਨਰਜੀ ਤਾਂ ਨਹੀਂ ਯਾਦ ਰੱਖਾਂਗੇ। ਤਾਂ ਪੂਰੇ ਮੋਲੀਕਿਊਲ ਦੀ ਜਦੋਂ ਐਨਰਜੀ ਦੱਸਣੀ ਆ ਤਾਂ ਆਪਾਂ ਪੂਰੇ ਮੋਲੀਕਿਊਲ ਦੀ ਕਿਹੜੀ ਐਨਰਜੀ ਦੱਸਦੇ ਆ, ਐਵਰੇਜ ਬੌਂਡ ਡਿਸੋਸੀਏਸ਼ਨ ਐਨਰਜੀ, ਕਿ ਇੰਨੀ ਕੁ ਐਵਰੇਜ ਐਨਰਜੀ ਦੇਵਾਂਗੇ ਤਾਂ ਬੌਂਡ ਉਹਨਾਂ ਦੇ ਟੁੱਟ ਜਾਣਗੇ। ਠੀਕ ਹੈ, ਜਿਹੜੀ ਬੌਂਡ ਡਿਸੋਸੀਏਸ਼ਨ ਐਨਰਜੀ ਆ ਉਹ ਦੋਨਾਂ ਦੇ ਵਿਚਕਾਰ ਜੇ ਲਾਈ ਕਰੂਗੀ। ਠੀਕ ਹੈ, ਦੋਨਾਂ ਦੇ ਐਕਸ ਤੇ ਵਾਈ ਦੇ, ਇਹ ਆ ਗਈ ਬੌਂਡ। ਫਿਰ ਇਸ ਤੋਂ ਬਾਅਦ ਹੁਣ ਆਪਾਂ ਕਿਵੇਂ ਕੱਢਾਂਗੇ, ਐਵਰੇਜ ਬੌਂਡ ਡਿਸੋਸੀਏਸ਼ਨ ਐਨਰਜੀ ਆਫ ਵਾਟਰ ਐਕਸ ਪਲੱਸ ਵਾਈ ਕਿੰਨੀਆਂ, 2 ਐਨਰਜੀਜ਼ ਹੈ, ਤਾਂ ਡਿਵਾਈਡ ਕਿਹਦੇ ਨਾਲ ਹੋ ਜਾਊਗਾ, 2 ਨਾਲ। ਜਿੰਨੇ ਨੰਬਰ ਆਫ ਬੌਂਡਸ ਕਹੇ ਸੀ ਮੈਂ ਇੱਥੇ ਕਿ ਜਿੰਨੇ ਨੰਬਰ ਆਫ ਬੌਂਡਸ ਤੋੜਨੇ ਆ ਉਨਿਆਂ ਦੀ, ਅਤੇ ਉਹਨਾਂ ਦੀਆਂ ਬੌਂਡ ਐਂਥੈਲਪੀਜ਼ ਦਾ ਸਮ ਡਿਵਾਈਡਡ ਬਾਈ ਨੰਬਰ ਆਫ ਬੌਂਡਸ। ਜਿੰਨੇ ਨੰਬਰ ਆਫ ਬੌਂਡਸ ਇੱਥੇ ਤੋੜੇ ਆ ਤੁਸੀਂ ਉਹਨੇ ਨਾਲ ਹੀ ਡਿਵਾਈਡ ਕਰਨਾ। ਤਾਂ ਇਹ ਆ ਗਈ ਐਵਰੇਜ। ਅਤੇ ਜਿਹੜੀ ਐਵਰੇਜ ਆਈ ਮੰਨ ਲਓ ਉਹ Z ਕਿਲੋ ਜਾਊਲ ਪਰ ਮੋਲ ਆ ਗਈ, ਤਾਂ Z ਹੈ ਜਿਹੜੀ ਉਹ X ਅਤੇ Y ਦੇ ਵਿਚਕਾਰ ਲਾਈ ਕਰੂਗੀ। ਠੀਕ ਹੈ, ਇਹਨਾਂ ਦੋਨਾਂ ਦੀਆਂ ਵੈਲਿਊਜ਼ ਦੇ ਵਿਚਕਾਰ ਜਿਹੜੀ ਵੀ ਇਹਨਾਂ 'ਚੋਂ ਵੱਡੀ ਹੈ, ਸਪੋਜ਼ ਇੱਥੇ ਆਪਾਂ X ਜ਼ਿਆਦਾ ਲੈ ਲੈਂਦੇ ਹਾਂ Y ਨਾਲੋਂ, ਤਾਂ ਜਿਹੜੀ ਵੱਡੀ ਆ ਉਹਦੇ ਤੋਂ ਐਵਰੇਜ ਘੱਟ ਹੋਊਗੀ, ਜਿਹੜੀ ਛੋਟੀ ਆ ਉਹਦੇ ਤੋਂ ਵੱਡੀ ਹੋਊਗੀ। ਠੀਕ ਹੈ, ਤਾਂ ਐਕਸ ਵਾਈ ਜਿਹੜੀ ਹੈਗੀ ਆ ਇੱਥੇ, ਸੌਰੀ ਆਪਾਂ ਵਾਈ ਜ਼ਿਆਦਾ ਲੈ ਲਈਏ ਜੇ ਐਕਸ ਨਾਲੋਂ। ਠੀਕ ਹੈ, ਐਕਚੁਅਲ ਡਾਟਾ ਜਿਹੜਾ ਤੁਸੀਂ ਉਹ ਬੁੱਕ 'ਚੋਂ ਦੇਖ ਸਕਦੇ ਹੋ। ਐਕਚੁਅਲ ਡਾਟਾ ਤੁਹਾਨੂੰ ਗਿਵਨ ਹੀ ਹੋਊਗਾ, ਯਾਦ ਕਰਨ ਦੀ ਜ਼ਰੂਰਤ ਨਹੀਂ ਆ। ਤਾਂ ਕੀ ਆ, ਹੁਣ ਦੇਖੋ ਬੌਂਡ ਡਿਸੋਸੀਏਸ਼ਨ ਐਨਰਜੀ ਕੀ ਸੀਗੀ, ਕਿ ਜਿਹੜੀ ਬੌਂਡ ਇੱਕ ਮੋਲ ਬੌਂਡ ਨੂੰ, ਇੱਕੋ ਟਾਈਪ ਦੇ ਬੌਂਡ ਨੂੰ ਤੋੜਨ ਲਈ ਜਿਹੜੀ ਐਨਰਜੀ ਚਾਹੀਦੀ ਆ ਉਹਨੂੰ ਆਪਾਂ ਬੌਂਡ ਐਂਥੈਲਪੀ ਕਹਿੰਦੇ ਹਾਂ। ਮੀਨਸ ਜਿਵੇਂ ਆਪਾਂ ਐਟਮ ਲੈ ਲਿਆ ਆਕਸੀਜਨ, ਇਹਨਾਂ 2 ਐਟਮਾਂ ਦੇ ਵਿੱਚ ਜਿਹੜੇ ਬੌਂਡਸ ਹੈ, ਨਾਈਟ੍ਰੋਜਨ, ਕਲੋਰੀਨ, ਹਾਈਡਰੋਜਨ, ਸਿੰਗਲ ਟਾਈਪ ਆਫ ਐਟਮਸ, ਉਹਨਾਂ 'ਚ ਤਾਂ ਆਪਾਂ ਕੱਢਦੇ ਹਾਂ ਬੌਂਡ ਡਿਸੋਸੀਏਸ਼ਨ ਐਨਰਜੀ ਹੀ। ਜਦੋਂ ਆ ਜਾਂਦੇ ਆ ਮਲਟੀਪਲ ਬੌਂਡਸ, ਜਦੋਂ ਕੀ ਆ ਜਾਂਦੇ ਆ ਮਲਟੀਪਲ ਬੌਂਡਸ ਆ ਜਾਂਦੇ, ਮਲਟੀਪਲ ਐਟਮਸ ਆ ਜਾਂਦੇ ਆ, ਤਾਂ ਉਦੋਂ ਆਪਾਂ ਕੀ ਲੈਂਦੇ ਹਾਂ, ਐਵਰੇਜ ਬੌਂਡ ਡਿਸੋਸੀਏਸ਼ਨ ਐਨਰਜੀ। ਮੋਲੀਕਿਊਲ ਦੇ ਕੇਸ ਜਿਵੇਂ ਵਾਟਰ ਹੋ ਗਿਆ, ਕਾਰਬਨ ਡਾਈਆਕਸਾਈਡ ਹੋ ਜਾਊਗਾ, ਕਾਰਬਨ ਮੋਨੋਆਕਸਾਈਡ ਹੋ ਜਾਊਗਾ। ਵੈਸੇ ਇਹਦੇ ਤਾਂ ਇੱਕੋ ਟਾਈਪ ਦੀ ਹੈ ਖੌਰੀ, ਖੈਰ ਇਹਦੇ ਵਿੱਚ ਤਾਂ ਕਾਰਬਨ ਡਾਈਆਕਸਾਈਡ ਨਹੀਂ, ਅਮੋਨੀਆ ਆ ਜਾਊਗਾ। ਠੀਕ ਹੈ, ਐਟਸੈਟਰਾ ਬਹੁਤ ਸਾਰੇ ਹੈਗੇ ਜਿਨ੍ਹਾਂ 'ਚ ਇੱਕ ਤੋਂ ਵੱਧ ਡਿਫਰੈਂਟ ਬੌਂਡਸ ਹੈਗੇ ਆ, ਤਾਂ ਉਹਨਾਂ 'ਚ ਆਪਾਂ ਲੈਂਦੇ ਹਾਂ ਐਵਰੇਜ ਕੇਸ, ਕਿ ਐਵਰੇਜ ਦੀ ਐਨਰਜੀ ਕਿੰਨੀ ਚਾਹੀਦੀ ਹੈ। ਤਾਂ ਹੁਣ ਇਹਦੀ ਜੇ ਤੁਹਾਨੂੰ ਕੋਈ ਪੁੱਛੇ ਕਿ ਵਾਟਰ ਦੀ ਬੌਂਡ ਡਿਸੋਸੀਏਸ਼ਨ ਐਨਰਜੀ ਕੀ ਹੈ, ਤਾਂ ਇਹਦੀ ਆਪਾਂ ਐਵਰੇਜ ਡਿਸੋਸੀਏਸ਼ਨ ਐਨਰਜੀ ਲੈਣੀ ਹੈ। ਐਵਰੇਜ ਕਿਵੇਂ ਲੈਣੀ ਆ, ਕਿ ਦੋਨੋਂ ਬੌਂਡਸ ਨੂੰ ਜਿਹੜੀ ਤੋੜਨ ਲਈ ਐਨਰਜੀ ਚਾਹੀਦੀ ਹੈ ਉਹਦਾ ਸਮ ਕਰਕੇ ਉਹਨੂੰ 2 ਨਾਲ ਡਿਵਾਈਡ ਕਰ ਦੇਣਾ। ਜੇ ਤੁਸੀਂ NH3 ਦਾ ਕੇਸ ਦੇਖੋ, ਇਹਦੇ ਵਿੱਚ ਕਿੰਨੇ ਬੌਂਡ ਹੋ ਗਏ, 3 ਬੌਂਡ ਹੋ ਗਏ, ਪਹਿਲਾ, ਦੂਜਾ ਅਤੇ ਤੀਜਾ। ਮੰਨ ਲਓ NH ਦੇ ਪਹਿਲੇ ਬੌਂਡ ਨੂੰ ਤੋੜਨ ਲਈ ਜਿਹੜੀ ਐਨਰਜੀ ਚਾਹੀਦੀ ਆ ਉਹ ਡੈਲਟਾ H1 ਆ ਗਈ। ਮੀਨਸ ਇਹਦੀਆਂ 3 ਐਨਰਜੀਜ਼ ਹੋ ਜਾਣਗੀਆਂ, ਡੈਲਟਾ H1, ਡੈਲਟਾ H2, ਡੈਲਟਾ H3। ਅਤੇ ਇਹਦੀ ਐਵਰੇਜ ਕੀ ਆ ਜਾਊਗੀ, ਡੈਲਟਾ H1 ਪਲੱਸ ਡੈਲਟਾ H2 ਪਲੱਸ ਡੈਲਟਾ H3 ਡਿਵਾਈਡਡ ਬਾਈ 3, ਨੰਬਰ ਆਫ ਬੌਂਡਸ ਜਿੰਨੇ ਤੋੜੇ ਆ ਉਹਦੇ ਨਾਲ ਡਿਵਾਈਡ ਕਰ ਦਿਓ। ਠੀਕ ਹੈ, ਅਤੇ ਇਹਦੀ ਐਵਰੇਜ ਇਸ ਤਰ੍ਹਾਂ ਆ ਜਾਏਗੀ। ਉਸ ਤੋਂ ਬਾਅਦ ਲਾਸਟ ਹੈਗਾ ਹੁਣ ਆਪਣੇ ਕੋਲ 4th ਬੌਂਡ ਪੈਰਾਮੀਟਰ, ਦੈਟ ਇਜ਼ ਬੌਂਡ ਆਰਡਰ। ਮੈਂ ਸਟਾਰਟਿੰਗ ਦੇ ਵਿੱਚ 3 ਕਹਿਤਾ ਸੀ, ਤਾਂ ਇਗਨੋਰ ਦੈਟ, ਦੇਰ ਆਰ 4 ਬੌਂਡ ਪੈਰਾਮੀਟਰਸ। ਮੈਂ ਬੌਂਡ ਡਿਸੋਸੀਏਸ਼ਨ ਐਨਰਜੀ ਭੁੱਲ ਗਈ ਸੀ। ਠੀਕ ਹੈ, ਬੌਂਡ ਆਰਡਰ ਇਜ਼ ਨੰਬਰ ਆਫ ਬੌਂਡਸ ਬਿਟਵੀਨ ਦਾ ਐਟਮਸ। ਜਿਵੇਂ ਸਿੰਗਲ ਬੌਂਡ ਹੈ, ਸਿੰਗਲ ਬੌਂਡ, ਤਾਂ ਬੌਂਡ ਆਰਡਰ ਇਜ਼ 1। ਡਬਲ ਬੌਂਡ ਹੈ ਤਾਂ ਬੌਂਡ ਆਰਡਰ 2। ਟ੍ਰਿਪਲ ਬੌਂਡ ਹੈ ਤਾਂ ਬੌਂਡ ਆਰਡਰ 3। ਠੀਕ ਹੈ, ਤਾਂ ਐਵੇਂ ਆਪਣੇ ਕੋਲ ਜਿਹੜੀਆਂ ਹੈਗੀਆਂ ਬੌਂਡ ਆਰਡਰ ਕੀ ਨੰਬਰ ਆਫ ਬੌਂਡਸ ਦੱਸਦਾ ਆਪਾਂ ਨੂੰ, ਜੇ ਨੰਬਰ ਆਫ ਬੌਂਡਸ ਦੱਸਦਾ ਬਿਟਵੀਨ 2 ਐਟਮਸ ਇਨ ਅ ਮੋਲੀਕਿਊਲ। ਠੀਕ ਹੈ, ਅਤੇ ਸਿੰਗਲ ਬੌਂਡ ਹੈ, ਡਬਲ ਬੌਂਡ ਹੈ ਕਿ ਟ੍ਰਿਪਲ ਬੌਂਡ ਹੈ। ਠੀਕ ਹੈ, ਅਤੇ ਜਿਨ੍ਹਾਂ ਕੋਲ ਸੇਮ ਇਲੈਕਟ੍ਰੋਨਸ ਹੁੰਦੇ ਆ, ਆਈਸੋ ਇਲੈਕਟ੍ਰੋਨਿਕ ਹੁੰਦੀਆਂ ਨਾ, ਆਪਾਂ ਪੜ੍ਹੀਆਂ 2nd ਚੈਪਟਰ 'ਚ, ਆਈਸੋ ਇਲੈਕਟ੍ਰੋਨਿਕ ਹੈਵਿੰਗ ਸੇਮ ਨੰਬਰ ਆਫ ਇਲੈਕਟ੍ਰੋਨਸ। ਆਈਸੋ ਇਲੈਕਟ੍ਰੋਨਿਕ ਸਪੀਸ਼ੀਜ਼ ਹੈਵ
सेम बॉन्ड ऑर्डर, ठीक है, जिमें Na पॉजिटिव ते Fe F नैगेटिव, दोनों का बॉन्ड ऑर्डर कितना होएगा 1 होएगा, ठीक है। तो जिन्हों का भी अपने को बॉन्ड ऑर्डर हैगा आइसो इलैक्ट्रॉनिक ने जिहड़ियां उन्हां दा अपने को बॉन्ड ऑर्डर की हुंदा सेम हुंदा। हुण तुसीं जिहड़ा काम करना दसना मैनू, क्वेश्चन है तुहाडे कोले रिलेशन बिटवीन, लाइव क्लास पूछूंगी मैं, रिलेशनशिप बिटवीन बॉन्ड ऑर्डर, बॉन्ड डिसोसीएशन एनर्जी की है, इन्हां दोनों के विचकार की रिलेशन यूनिवर्सली है कि डायरैक्टली है, ठीक है। तो बॉन्ड ऑर्डर जिमें जिमें इनक्रीज़ करांगे उमें उमें बॉन्ड एंथैल्पी डिक्रीज़, तो बॉन्ड एंथैल्पी तो बॉन्ड लेंथ इन्हां तिन्नां दे विच जां एक बॉन्ड लेंथ भी, हाँ एंड बॉन्ड लेंथ, ठीक है। ये डराइव करना है। नैक्सट टॉपिक आपां नैक्सट जिहड़ी हैगी उहदे विच करांगे नैक्सट वीडियो दे विच। ओके, दिस इज़ ऑल अबाउट टूडेज़ क्लास।